हेलो स्टूडेंट्स, हाउ आर यू। आज हम सीक्वेंस का टॉपिक स्टार्ट करेंगे। पहले मैं आपको कुछ नंबर्स जस्ट सेट्स बता दूं। ये हमारा एक सेट है जिसको हम कर्ली ब्रेसेस पे पाते हैं। अब हम नंबर्स के बारे में जानकारी लेते हैं। क्या क्या नंबर्स, रियल नंबर्स का सेट, इसको हम रियल नंबर्स के बीच रैशनल्स, इरेशनल्स, ऑल नंबर्स आ जाते हैं, इंटीजर्स भी आ जाते हैं, होल नंबर्स भी आ जाते हैं। ठीक है, इस तो पहला भी कोई भी नंबर हो सकते ने, कुछ भी किन्ने मर्जी नंबर -1 -1/2 0 1 2 3 उस तो बाद भी बहुत सारे नंबर्स होंगे, अपन नहीं पता। नेचुरल नंबर्स ਦਾ ਸੈਟ 1 2 3 4 5 ਅਪ ਟੂ ਸੋ ਔਨ। ਐਂਡ ਹੋਲ ਨੰਬਰਸ ਦੇ ਵਿੱਚ ਕੀ ਫਰਕ ਹੈ? ਹੋਲ ਨੰਬਰਸ ਤੇ ਇੰਟੀਜਰਸ ਦਾ ਸਿਰਫ 0 ਦਾ ਫਰਕ ਹੈ। 0 ਇਨਕਲੂਡ ਹੁੰਦੀ ਹੈ ਹੋਲ ਨੰਬਰਸ ਦੇ ਵਿੱਚ, ਬਟ ਨੈਚੁਰਲ ਨੰਬਰਸ ਦੇ ਵਿੱਚ 0 ਇਨਕਲੂਡ ਨਹੀਂ ਹੁੰਦੀ। ਇੰਟੀਜਰਸ ਦਾ ਸੈਟ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨੰਬਰਸ ਹੋਣਗੇ, ਜਿਵੇਂ ਕਿ -2 -3 -4, ਉਸ ਤੋਂ ਬਾਅਦ ਵਾਲੇ -1 0 1 ਅਪ ਟੂ ਸੋ ਔਨ। ਰੇਸ਼ਨਲ ਨੰਬਰਸ ਦੇ ਵਿੱਚ ਇਸ ਤੋਂ ਪਹਿਲਾਂ ਬਹੁਤ ਸਾਰੇ ਨੰਬਰਸ ਹੋਣਗੇ, ਜਿਵੇਂ 1/2 1/3 1/4 ਅਪ ਟੂ ਸੋ ਔਨ। ਕੰਪਲੈਕਸ ਨੰਬਰਸ ਦੀ ਫਾਰਮ ਦੇ ਵਿੱਚ x ਪਲੱਸ ਆਇਓਟਾ y, x ਅਤੇ y ਸਾਡੇ ਕੀ ਹੋਣਗੇ? ਇੰਟੀਜਰਸ ਹੋ ਸਕਦੇ ਨੇ, ਰੀਅਲ ਵੀ ਹੋ ਸਕਦੇ ਨੇ, ਨੈਚੁਰਲ ਨੰਬਰਸ ਵੀ ਹੋ ਸਕਦੇ ਨੇ, ਐਂਡ ਇਰੈਸ਼ਨਲ ਨੰਬਰਸ ਦੇ ਵਿੱਚ ਵੀ। x ਪਲੱਸ ਆਇਓਟਾ y ਨੂੰ ਅਸੀਂ ਇਸ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ, x, y ਪੇਅਰਸ ਵਾਈਜ਼। ਹੁਣ ਅਸੀਂ ਚੱਲਦੇ ਹਾਂ ਸੀਕੁਐਂਸ ਦੀ ਤਰਫ। ਵਟ ਇਜ਼ ਸੀਕੁਐਂਸ? ਸੀਕੁਐਂਸ ਕੀ ਹੁੰਦਾ ਸਾਡਾ? ਵਟ ਇਜ਼ ਸੀਕੁਐਂਸ? ਅ ਸੈਟ collection of definite and distinct objects of numbers formed and arranged according to some definite law is called a sequence। ਕੀ ਮੀਨਿੰਗ ਹੈ ਇਸ ਲਾਈਨ ਦਾ? ਕਿ ਕਹਿੰਦੇ ਇੱਕ ਤਾਂ ਜਿਹੜੇ ਸਾਡੇ ਕੋਲ ਨੰਬਰ ਜਾਣਗੇ, ਕੋਈ ਵੀ ਆਬਜੈਕਟਸ ਹੋਣਗੇ, ਉਹ ਡਿਫਰੈਂਟ ਹੋਣੇ ਚਾਹੀਦੇ ਨੇ, ਐਂਡ ਉਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ, ਉਹਨਾਂ ਦੀ ਕਲੈਕਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਕਿ ਕਿਸ ਤਰ੍ਹਾਂ ਦੀ ਕਲੈਕਸ਼ਨ ਹੈ, ਉਹਨਾਂ ਬਾਰੇ ਸਾਨੂੰ ਅਸੀਂ ਜਾਣਕਾਰ ਹੋਈਏ ਉਸ ਕਲੈਕਸ਼ਨ ਬਾਰੇ, ਉਸ ਤਰ੍ਹਾਂ ਨੂੰ ਅਸੀਂ। ਐਂਡ ਅਰੇਂਜਡ ਸੀਕੁਐਂਸ ਦੇ ਵਿੱਚ ਹੋਣੀ ਚਾਹੀਏ, ਮੀਨਸ ਕੋਈ ਵੀ ਦੋ ਨੰਬਰਸ ਲਵਾਂਗੇ, ਉਹਨਾਂ ਦਾ ਡਿਫਰੈਂਸ ਕੀ ਹੋਣਾ ਚਾਹੀਦਾ? ਸੇਮ। ਤੇ ਫੋਰ ਐਗਜ਼ਾਮਪਲ ਜਿਵੇਂ 1 3 5 7 9 ਆਰ ਫਾਈਨਾਈਟ ਸੀਕੁਐਂਸ। 1 ਤੋਂ 3 ਦੇ ਵਿਚਕਾਰ 2 ਡਿਸਟੈਂਸ ਹੈ, 3 to 5 ਦੇ ਵਿਚਕਾਰ 2 ਦਾ ਡਿਫਰੈਂਸ ਹੈ, ਐਂਡ 5 to 7 ਦਾ 2। ਜਿਵੇਂ ਕਿ ਸਭ ਦਾ ਸੇਮ ਡਿਫਰੈਂਸ ਹੈ, ਦੈਟ ਮੀਨਸ ਇਹ ਇੱਕ ਤਰ੍ਹਾਂ ਸੀਕੁਐਂਸ ਹੈ। ਸੀਕੁਐਂਸ ਸਾਡੀ ਕੌਮਾਸ ਦੇ ਵਿੱਚ ਚੱਲਦੀ ਹੈ। ਸਿਮਿਲਰਲੀ ਅਗਰ ਇੱਥੇ ਅਸੀਂ ਅਪ ਟੂ ਸੌਨ ਪਾ ਦਈਏ ਕੋਮਾ ਪਾ ਕੇ, ਤਾਂ ਉਹ ਸਾਡੀ ਇਨਫਾਈਨਾਈਟ ਸੀਕੁਐਂਸ, ਕਿਉਂਕਿ ਉਹਦਾ ਕਿਤੇ ਐਂਡ ਵੀ ਨਹੀਂ ਹੈਗਾ, ਤਾਂ ਉਹ 1 3 5 7 9 ਅਪ ਟੂ ਸੌਨ ਆਰ ਇਨਫਾਈਨਾਈਟ ਸੀਕੁਐਂਸ। ਥਰਡ ਐਗਜ਼ਾਮਪਲ ਹੈ ਸਾਡੀ 2 4 6 8 10 12। ਕਿਸੇ ਵੀ ਤਰ੍ਹਾਂ ਦੀ ਸੀਕੁਐਂਸ ਆ ਸਕਦੀ ਹੈ, 1 4 7 ਇਸ ਤਰ੍ਹਾਂ ਦੀ 1 ਪਾ ਲਿਆ, ਫਿਰ 4 ਪਾ ਲਿਆ, ਫਿਰ 7 ਪਾ ਲਿਆ, ਇਸ ਤਰ੍ਹਾਂ ਦੀ ਮੀਨਸ 3 ਦੇ ਡਿਫਰੈਂਸ ਨਾਲ ਸਾਡੀ ਇਹ ਵੀ ਸੀਕੁਐਂਸ ਹੈ ਇੱਕ ਤਰ੍ਹਾਂ। ਇੱਕ ਇਨਫਾਈਨਾਈਟ ਸੀਕੁਐਂਸ ਹੈ, ਅਗਰ ਅਸੀਂ 10 'ਤੇ ਰੋਕਦੀ ਤਾਂ ਸਾਡੀ ਇਹ ਫਾਈਨਾਈਟ ਸੀਕੁਐਂਸ ਹੋ ਜਾਂਦੀ ਹੈ। ਬਟ ਸੀਕੁਐਂਸ ਦੇ ਵਿੱਚ ਕੀ ਹੋਣੇ ਚਾਹੀਦੇ ਨੇ? ਡਿਫਰੈਂਟ ਨੰਬਰਸ। 1 1 ਦੋ ਵਾਰੀ ਨਹੀਂ ਆਊਗਾ, ਸਿਰਫ ਸਿੰਗਲ ਟਾਈਮ ਆਏਗਾ। ਇਹੀ ਨੋਟ ਲਿਖਿਆ ਹੋਇਆ, ਦ ਡਿਫਰੈਂਟ ਨੰਬਰਸ ਇਨ ਅ ਸੀਕੁਐਂਸ ਆਰ ਕਾਲਡ ਟਰਮਸ। ਸੀਕੁਐਂਸ ਨੂੰ ਅਸੀਂ ਕਹਿੰਦੇ ਟਰਮਸ ਵੀ ਬੋਲਦੇ ਹਾਂ, ਬਿਕੋਜ਼ ਇਹ ਫਸਟ ਟਰਮ, ਸੈਕਿੰਡ ਟਰਮ, ਥਰਡ ਟਰਮ ਐਂਡ ਫੋਰਥ ਟਰਮ ਅਪ ਟੂ ਸੋ ਔਨ। Next definition sequence is sequence in a non-empty set X is a map F is such that N to X or F is such that N to X। X ਕਹਿੰਦੇ ਸਾਡਾ ਕੋਈ ਵੀ ਸੈੱਟ ਹੋ ਸਕਦਾ ਹੈ, X ਦੀ ਥਾਂ 'ਤੇ ਕੋਈ ਵੀ ਸੈੱਟ ਆ ਸਕਦਾ, ਚਾਹੇ ਰੀਅਲ ਨੰਬਰਸ ਦਾ ਸੈੱਟ ਆ ਜਾਏ, ਚਾਹੇ ਨੈਚੁਰਲ ਨੰਬਰਸ ਦਾ ਸੈੱਟ ਆ ਜਾਏ, ਚਾਹੇ ਇੰਟੀਜਰਸ ਦਾ ਸੈੱਟ ਆ ਜਾਏ। ਇੰਟੀਜਰਸ ਦਾ ਸੈੱਟ ਵੀ ਆ ਸਕਦਾ, ਹੋਲ ਨੰਬਰਸ ਦਾ ਸੈੱਟ ਵੀ ਆ ਸਕਦਾ, ਐਂਡ ਕੰਪਲੈਕਸ ਨੰਬਰਸ ਦਾ ਸੈੱਟ ਵੀ ਆ ਸਕਦਾ। ਇਸ ਐਕਸ ਦੀ ਥਾਂ 'ਤੇ ਕੋਈ ਵੀ ਆਪਣਾ ਸੈੱਟ ਆ ਸਕਦਾ। ਮੀਨਸ ਐਨ ਅਤੇ ਐਨ ਦਾ ਕੀ ਮੀਨਿੰਗ ਹੈ? ਐਨ ਵੇਅਰ ਇਜ਼ ਐਨ ਅਗਰ ਪੈਰਾਂ ਦੇ ਵਿੱਚ ਐਨ ਹੈ ਸਪੋਜ਼, ਤਾਂ ਉਹਨੂੰ ਉਸ ਸੈੱਟ ਨੂੰ 1 ਨੈਚੁਰਲ ਨੰਬਰ 1 ਤੋਂ ਸਟਾਰਟ ਹੁੰਦਾ, 1 2 3 ਅਪ ਟੂ ਸੌਨ, ਫਿਰ ਅਸੀਂ ਐਨ 'ਤੇ ਰੋਕ ਦਾਂਗੇ ਜੋ ਵੀ ਪੈਰਾਂ 'ਚ ਹੈ। ਅਗਰ ਪੈਰਾਂ 'ਚ ਕੁਛ ਵੀ ਨਹੀਂ ਹੈ ਐਨ ਦੇ ਪੈਰਾਂ 'ਚ, ਤਾਂ ਮੀਨਸ ਨੈਚੁਰਲ ਨੰਬਰ ਅਪ ਟੂ ਸੌਨ ਨੈਚੁਰਲ ਨੰਬਰ ਦਾ ਸੈੱਟ ਹੈ ਇੱਕ ਤਰ੍ਹਾਂ। ਉਹ ਕੀ ਹੋਏਗੀ? ਇਨਫਾਈਨਾਈਟ। ਇਹ ਕਿ ਆਪਣੇ ਕੋਲ ਫਾਈਨਾਈਟ। ਸਪੋਜ਼ ਸਾਨੂੰ N6 ਫਾਈਂਡ ਆਊਟ ਕਰਨ ਲਈ ਕਿਹਾ ਹੈ, ਤਾਂ 1 2 3 4 5 6 ਕਲੀਅਰ। ਸਿਮਿਲਰ ਹੁਣ ਇਹਦਾ ਸਿੰਬੋਲਿਕ ਆ ਜਾਂਦਾ ਹੈ ਕਿ ਕਿਵੇਂ। ਪਹਿਲਾਂ ਮੈਂ ਇਹ ਦੱਸਦਾ ਕੀ ਹੈ। ਸੀਕੁਐਂਸ ਨੂੰ ਅਸੀਂ ਇੱਕ ਇਸ ਫਾਰਮ ਦੇ ਵਿੱਚ ਡਿਨੋਟ ਕਰਦੇ ਹਾਂ, ਕਰਲੀ ਬ੍ਰੇਸਿਸ ਦੇ ਵਿੱਚ। ਉਸ ਦੇ ਵਿੱਚ ਕੁਛ ਵੀ ਆ ਸਕਦਾ ਹੈ। ਏ ਕੇ ਪਾਤਾ ਸਪੋਜ਼ ਮੈਨੇ, ਏ ਕੇ ਵੇਰੀ ਕਰਵਾਤਾ ਮੈਨੇ, ਕੇ ਇਜ਼ वेरीज फ्रॉम 1 to
n, अगर तो इत्थे n होया तो वो साडा फाइनाइट, n इज़ नैचुरल मीनस साडा कोई भी फाइनाइट नंबर n सानू पता है कितने स्टॉप होंदा है। बट अगर इनफिनिटी आ जाता है, इनफिनिटी बारे सानू कुछ नहीं पता, तो इनफिनिटी इज़ नॉट डिफाइंड। तो ए के मीनस पहला के दी थां ते असीं 1 पुट किया, A1 आ गया, फिर के दी थां ते 2 पुट किया, A2 मीनस कॉमास विच चलूगी, फिर के दी थां ते 3 पुट किया, कॉमा अप टू सॉन AN। अगर n है इत्थे तो n ते रुक जू, अगर इनफिनिटी आ जाता है तो असीं इसनूं इनफिनिटी ते रोक देवांगे। यही मैंने सिंबॉलिकली दे विच लिखा है ए के इज इक्वल्स टू 1 टू n डिनोट द फाइनाइट सीक्वेंस, बिकॉज n ते स्टॉप पर है, n सानू पता है किस तरह का नंबर है, तो एक फाइनाइट सीक्वेंस है A1 A2 अप टू सॉन AN एंड n इज इक्वल्स टू 1 टू इनफिनिटी, इत्थे AN n वेरी करवाता n इज इक्वल्स टू 1 टू इनफिनिटी। जां उसकी थां ते असीं AN भी लिख सकते हैं अगर इनफाइनाइट सीक्वेंस आती, अगर n इज इक्वल्स टू 1 टू इनफिनिटी भी, तो सिंपली असीं उहनूं AN नाल डिनोट कर सकते हैं, डिनोट द इनफाइनाइट सीक्वेंस A1 A2 A3 अप टू कॉमा सॉन AN इनफिनिटी तक रहा, फिर कॉमा पा के अप टू सॉन कट। इज इट क्लीयर? हुण आपां एग्जाम्पल्स देख लैंदे आ। अगर उन्होंने फर्स्ट थ्री टर्म्स फाइंड आउट करन नूं किया होया, तो ये साडा A1 हो गया, ये साडा A2 हो गया, ये साडा A3 हो गया। तो A1 A2 A3 तो ये फर्स्ट थ्री टर्म्स हो गया, मीनस A1 फाइंड आउट करा करेंगे जो n की थां ते 1 पुट करके, एंड n की थां ते जो 2 पुट करा करेंगे तो A2 आ जाएगा, n की थां ते 3 पुट करके A3 आ जाएगा। तो वो साडी अगर 4 टर्म्स क्या है तो n की थां ते 4 एक्स्ट्रा टर्म ऐड कर देंगे। हुण असीं एग्जाम्पल्स क्वेश्चंस करते हैं। क्वेश्चन नंबर 1, राइट द फर्स्ट थ्री टर्म्स इन ईच ऑफ द फॉलोइंग सीक्वेंसिस डिफाइंड बाय द फॉलोइंग। AN इज इक्वल्स टू 2n प्लस 1। उन्होंने सानू फर्स्ट थ्री टर्म्स फाइंड आउट करन नूं क्या है, तो n की थां ते एक बारी 1 पुट करांगे, एक बारी 2, एक बारी 3 ते स्टॉप कर देंगे असीं इस n की वैल्यू नूं। अगर 4 टर्म्स आती तो n की थां ते 4 भी पुट कर देंगे। सोल्यूशन है गिवन AN इज इक्वल्स टू 2n प्लस 5, इसनूं फर्स्ट इक्वेशन लेट किया, बट n इज इक्वल्स टू 1। फर्स्ट इक्वेशन A1 इज इक्वल्स टू n की थां ते जिथे थे n है, लेफ्ट साइड भी राइट साइड भी n की थां ते 1 पुट कर दो। A1 इज इक्वल्स टू 2 इंटू 1 प्लस 5, 2 प्लस 5 7। फिर n की थां ते फर्दर 2 पुट करांगे, क्योंकि फर्स्ट थ्री टर्म्स फाइंड आउट करन नूं क्या है, पुट n इज इक्वल्स टू 2 इन फर्स्ट इक्वेशन। तो A2 इज इक्वल्स टू n की थां ते पहला उरे A2 पूरे 2 इंटू 2 प्लस 5, 2 इंटू 2 4, 4 प्लस 5 9, बट 10 इज इक्वल्स टू 3 इन फर्स्ट इक्वेशन। तो A3 इज इक्वल्स टू 2 इंटू 3 प्लस 5, 2 इंटू 3 6, 6 प्लस 5 11। तो A3 साढ़े को कितना आ गया 11। तो इस तरह से A1 इज इक्वल्स टू 7, A2 इज इक्वल्स टू 9 एंड A3 इज इक्वल्स टू 11। देयरफॉर 7 9 11 इज अ फाइनाइट सीक्वेंस। अगर वीडियो अच्छी लगे तो लाइक शेयर कमेंट एंड सब्सक्राइब का बटन ज़रूर दबा कर जाना। थैंक यू।